ਕੈਲਗਰੀ ਐਲਬਰਟਾ ਵਿੱਚ ਚੱਲ ਰਹੇ ਹਾਊਸਿੰਗ ਕ੍ਰਾਈਸਿਸ ਅਤੇ ਸਿਹਤ ਸੰਭਾਲ ਲਈ ਜਿੱਥੇ ਸਟਰਗਲਸ ਵਿੱਚੋਂ ਲੰਘ ਰਿਹਾ ਹੈ, ਉੱਥੇ ਹੀ ਜਦੋਂ ਲੇਟੈਸਟ ਲਿਵੇਬਿਲਿਟੀ ਇੰਡੈਕਸ ਦੀ ਗੱਲ ਕਰੀ ਜਾਂਦੀ ਹੈ ਤਾਂ ਕੈਲਗਰੀ ਟੌਪ ਕੈਨੇਡੀਅਨ ਸ਼ਹਿਰਾਂ ਦੀ ਲਿਸਟ ਵਿੱਚ ਸ਼ਾਮਲ ਹੋ ਗਿਆ। ਜੀ ਹਾਂ, ਤੁਸੀਂ ਬਿਲਕੁਲ ਸਹੀ ਸੁਣਿਆ। ਇਕਨੋਮਿਕ ਇੰਟੈਲੀਜੈਂਸ ਯੂਨਿਟ ਨੇ ਕੈਲਗਰੀ ਨੂੰ ਨਾ ਸਿਰਫ ਕੈਨੇਡਾ 'ਚ ਬਲਕਿ ਗਲੋਬਲੀ 7ਵੇਂ ਨੰਬਰ ਤੇ ਰੱਖਿਆ ਹੈ, ਜਿੱਥੇ ਕੈਲਗਰੀ ਨੇ ਟੋਰਾਂਟੋ ਨੂੰ ਪਛਾੜਦੇ ਹੋਏ ਟੋਰਾਂਟੋ ਸ਼ਹਿਰ ਨੂੰ 9ਵੇਂ ਨੰਬਰ ਤੇ ਪਹੁੰਚਾ ਦਿੱਤਾ ਹੈ, ਜਦੋਂ ਕਿ ਗਲੋਬਲ ਲੈਵਲ ਤੇ ਵੈਨਕੂਵਰ ਕੈਨੇਡਾ ਵਿੱਚ ਟੌਪ ਕਰਕੇ 5ਵੇਂ ਨੰਬਰ ਤੇ ਰਿਹਾ ਹੈ ਅਤੇ ਇਸ ਦੇ ਨਾਲ ਹੀ ਇਸ ਇੰਡੈਕਸ ਵਿੱਚ ਪਹਿਲਾ ਨੰਬਰ ਆਸਟਰੀਆ ਦੀ ਰਾਜਧਾਨੀ ਵੀਏਨਾ ਨੇ ਹਾਸਲ ਕੀਤਾ ਹੈ। ਇਕਨੋਮਿਕ ਇੰਟੈਲੀਜੈਂਸ ਯੂਨਿਟ ਦਾ ਕਹਿਣਾ ਹੈ ਕਿ ਲਿਵੇਬਿਲਿਟੀ ਇੰਡੈਕਸ ਦੀ ਗੱਲ ਕਰੀਏ ਤਾਂ ਖਾਸ ਤੌਰ ਤੇ ਸਾਲ 2023 ਦੇ ਸਰਵੇ ਵਿੱਚ ਕਾਫੀ ਵਧਿਆ ਨਜ਼ਰ ਆਇਆ ਹੈ। ਜਿਵੇਂ ਕਿ ਕੋਵਿਡ-19 ਦੀ ਮਹਾਮਾਰੀ ਤੋਂ ਬਾਅਦ ਪੂਰਾ ਸੰਸਾਰ 15 ਸਾਲਾਂ ਦੇ ਉੱਚੇ ਪੱਧਰ ਤੇ ਪਹੁੰਚ ਰਿਹਾ ਹੈ ਅਤੇ ਇਸ ਦੇ ਨਾਲ ਹੀ ਹੈਲਥ ਕੇਅਰ ਤੇ ਐਜੂਕੇਸ਼ਨ ਸਿਸਟਮ ਏਸ਼ੀਆ ਅਤੇ ਮਿਡਲ ਈਸਟ ਅਤੇ ਅਫਰੀਕਾ ਦੇ ਕਈ ਸ਼ਹਿਰਾਂ ਦੇ ਵਿੱਚ ਇੰਪਰੂਵ ਹੋਇਆ ਹੈ। ਇਕਨੋਮਿਕ ਇੰਟੈਲੀਜੈਂਸ ਯੂਨਿਟ ਦਾ ਇਹ ਸਰਵੇ ਦੱਸਦਾ ਹੈ ਕਿ ਮਹਾਮਾਰੀ ਤੋਂ ਬਾਅਦ ਨਾਰਮੈਲਿਟੀ ਦੇ ਨਾਲ-ਨਾਲ ਬਹੁਤ ਸਾਰੇ ਡਿਵੈਲਪਿੰਗ ਕੰਟਰੀਜ਼ ਦੁਆਰਾ ਕੀਤੇ ਗਏ ਰਹਿਣ ਯੋਗਤਾ ਵਿੱਚ ਵਾਧੇ ਵਾਲੇ ਸੁਧਾਰ ਪਿਛਲੇ ਸਾਲ ਵਿੱਚ ਸਭ ਤੋਂ ਵੱਡੇ ਚਾਲਕ ਰਹੇ ਹਨ। ਹਾਲਾਂਕਿ AIU ਨੇ ਇਹ ਵੀ ਨੋਟ ਕੀਤਾ ਹੈ ਕਿ 2022 ਤੋਂ ਸਟੇਬਿਲਿਟੀ ਫਿਸਲ ਗਈ ਹੈ। ਵਿਸ਼ਵ ਭਰ ਵਿੱਚ ਚੱਲ ਰਹੇ ਸਿਵਲ ਅਨਰੈਸਟ ਦੀਆਂ ਕਈ ਉਦਾਹਰਨਾਂ ਇਸ ਤੱਥ ਦੇ ਵਿੱਚ ਸ਼ਾਮਲ ਕੀਤੀਆਂ ਗਈਆਂ ਹਨ, ਪਰ ਕੈਨੇਡੀਅਨ ਸ਼ਹਿਰਾਂ ਲਈ ਸਟੇਬਿਲਿਟੀ ਵਿੱਚ ਸਲਿਪ ਹੋਣਾ ਮੌਜੂਦ ਨਹੀਂ ਹੈ, ਜਿਸ ਕਰਕੇ ਕੈਨੇਡਾ ਨੇ ਟੌਪ 10 ਦੇਸ਼ਾਂ ਵਿੱਚ ਆਪਣੀ ਜਗ੍ਹਾ ਬਣਾਈ ਹੈ। AIU ਦਾ ਕਹਿਣਾ ਹੈ ਕਿ ਵੈਨਕੂਵਰ, ਕੈਲਗਰੀ ਅਤੇ ਟੋਰਾਂਟੋ ਵਿੱਚ ਸਟੇਬਿਲਿਟੀ ਸਕੋਰ ਪਿਛਲੇ ਸਾਲ ਦੇ ਮੁਕਾਬਲੇ ਵੱਧ ਸਨ, ਜਦੋਂ ਇਹ ਸ਼ਹਿਰ ਐਂਟੀ ਵੈਕਸੀਨ ਪ੍ਰੋਟੈਸਟ ਦੁਆਰਾ ਪ੍ਰਭਾਵਿਤ ਹੋਏ ਸੀ। AIU ਦਾ ਕਹਿਣਾ ਹੈ ਕਿ ਗਲੋਬਲ ਪੱਧਰ ਤੇ ਸਟੇਬਿਲਿਟੀ ਰੇਟਿੰਗਸ ਵਿੱਚ ਗਿਰਾਵਟ ਮਾਮੂਲੀ ਰਹੀ ਹੈ। ਇਸ ਦੇ ਬਾਵਜੂਦ ਇਹ ਉੱਚ ਵਸਤੂਆਂ ਦੀਆਂ ਕੀਮਤਾਂ, ਨਿਰੰਤਰ ਸਪਲਾਈ ਚੇਨ ਵਿਘਨ, ਭੋਜਨ ਦੀਆਂ ਕੀਮਤਾਂ ਅਤੇ ਕੁਝ ਦੇਸ਼ਾਂ ਲਈ ਅਮਰੀਕੀ ਡਾਲਰ ਦੇ ਮੁਕਾਬਲੇ ਮੁਦਰਾ ਦੀ ਕਮਜ਼ੋਰੀ 2023 ਵਿੱਚ ਅਸੰਤੁਸ਼ਟੀ ਨੂੰ ਵਧਾਉਂਦਾ ਰਹੇਗਾ। AIU ਨੇ ਇਹ ਵੀ ਐਕਸਪਲੇਨ ਕੀਤਾ ਹੈ ਕਿ ਅਮਰੀਕਾ ਅਤੇ ਯੂਰਪ ਵਿੱਚ ਉੱਚ ਵਿਆਜ ਦਰਾਂ ਨੇ ਦਿਵਾਲੀਆਪਨ, ਬੈਂਕ ਅਸਫਲਤਾਵਾਂ ਅਤੇ ਆਰਥਿਕ ਸੰਕਟ ਵਿੱਚ ਵਾਧੇ ਦੇ ਜ਼ੋਖਮ ਨੂੰ ਵਧਾ ਦਿੱਤਾ ਹੈ। ਜਨਤਕ ਵਿਵਸਥਾ ਦੇ ਤਣਾਅ ਅਤੇ ਆਰਥਿਕ ਹਲਚਲ ਨੇ ਵੀ ਕੁਝ ਸ਼ਹਿਰਾਂ ਵਿੱਚ ਅਪਰਾਧ ਦੀਆਂ ਘਟਨਾਵਾਂ ਵਿੱਚ ਵਾਧਾ ਕੀਤਾ ਹੈ ਅਤੇ ਇਹ ਭਵਿੱਖ ਲਈ ਇੱਕ ਖਤਰਾ ਬਣੇ ਰਹਿਣਗੇ। ਇਹ ਸਭ ਸੁਝਾਅ ਦਿੰਦੇ ਹਨ ਕਿ ਸਾਡੇ ਲਿਵੇਬਿਲਿਟੀ ਇੰਡੈਕਸ ਵਿੱਚ ਸਟੇਬਿਲਿਟੀ ਸਕੋਰ ਜਲਦੀ ਠੀਕ ਹੋਣ ਦੀ ਸੰਭਾਵਨਾ ਨਹੀਂ ਹੈ। ਜਦੋਂ ਸਥਿਰਤਾ, ਸਿਹਤ ਸੰਭਾਲ, ਸਿੱਖਿਆ ਅਤੇ ਇਨਫਰਾਸਟ੍ਰਕਚਰ ਦੀ ਗੱਲ ਆਉਂਦੀ ਹੈ ਤਾਂ ਕੈਲਗਰੀ ਨੇ 100 ਸਕੋਰ ਕੀਤਾ ਹੈ, ਪਰ ਸੱਭਿਆਚਾਰ ਅਤੇ ਵਾਤਾਵਰਣ ਦੇ ਮਾਮਲੇ ਵਿੱਚ 87.3 ਅੰਕ ਪ੍ਰਾਪਤ ਕੀਤੇ, ਜੋ ਕੈਲਗਰੀ ਨੂੰ ਇਸ ਕੈਟੇਗਰੀ ਵਿੱਚ ਟੌਪ 10 ਚੋਂ 9ਵੇਂ ਨੰਬਰ ਤੇ ਪਹੁੰਚਾ ਦਿੰਦਾ ਹੈ। ਓਸਾਕਾ ਜਾਪਾਨ ਤੋਂ ਮੁਸ਼ਕਿਲ ਨਾਲ ਅੱਗੇ, ਜਿਸ ਦਾ ਸਕੋਰ 86.8 ਸੀ। ਦੱਸ ਦਈਏ ਕਿ ਐਲਬਰਟਾ ਪ੍ਰੋਵਿੰਸ ਵਿੱਚ ਆਲਰੇਡੀ ਬਹੁਤ ਸਾਰੇ ਅਧਿਕਾਰ ਖੇਤਰਾਂ ਵਿੱਚ ਹੈਲਥ ਕੇਅਰ ਸਿਸਟਮ ਦੀ ਚੱਲ ਰਹੀ ਸਟਾਫਿੰਗ ਅਤੇ ਰਿਸੋਰਸ ਚੈਲੰਜਸ ਦੇ ਬਾਵਜੂਦ ਇਕਨੋਮਿਕ ਇੰਟੈਲੀਜੈਂਸ ਯੂਨਿਟ ਦੇ ਸਰਵੇ ਵਿੱਚ ਕੈਲਗਰੀ 7ਵੇਂ ਸਥਾਨ ਤੇ ਆਇਆ ਹੈ, ਜਦੋਂ ਕਿ ਸੂਬੇ ਭਰ ਵਿੱਚ ਇੱਕ ਢਹਿ-ਢੇਰੀ ਸਿਸਟਮ ਦੀਆਂ ਕਈ ਕਹਾਣੀਆਂ ਸਾਹਮਣੇ ਆਈਆਂ ਹਨ, ਜਿਸ ਵਿੱਚ ਫੈਮਿਲੀ ਡਾਕਟਰਾਂ ਦੀ ਘਾਟ ਬਹੁਤ ਸਾਰੇ ਲੋਕਾਂ ਲਈ ਵੱਡੀ ਚਿੰਤਾ ਬਣੀ ਹੋਈ ਹੈ। ਐਲਬਰਟਾ ਸਰਕਾਰ ਦਾ ਕਹਿਣਾ ਹੈ ਕਿ ਉਹ ਪ੍ਰਾਇਮਰੀ ਹੈਲਥ ਕੇਅਰ ਤੱਕ ਪਹੁੰਚ ਨੂੰ ਬਿਹਤਰ ਬਣਾਉਣ ਲਈ 2 ਸਾਲਾਂ ਵਿੱਚ $200 ਮਿਲੀਅਨ ਦੀ ਵਰਤੋਂ ਕਰਨ ਜਾ ਰਹੀ ਹੈ, ਜੋ ਕਿ ਓਟਵਾ ਨਾਲ ਕੀਤੇ ਗਏ ਲਗਭਗ $1.1 ਬਿਲੀਅਨ ਦੁਵੱਲੇ ਫੰਡਿੰਗ ਸਮਝੌਤੇ ਤੋਂ ਆਉਂਦਾ ਹੈ। ਇਹ ਇੰਡੈਕਸ ਦੇ ਨਤੀਜੇ ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਤੋਂ ਠੀਕ ਬਾਅਦ ਆਏ ਹਨ, ਜਿਸ ਵਿੱਚ ਦਿਖਾਇਆ ਗਿਆ ਕਿ ਬਹੁਤ ਸਾਰੇ ਲੋਕ ਵੈਸਟ ਕੋਸਟ ਛੱਡ ਰਹੇ ਹਨ ਅਤੇ ਕੈਨੇਡਾ ਦੇ ਦੂਜੇ ਹਿੱਸਿਆਂ, ਖਾਸ ਕਰਕੇ ਐਲਬਰਟਾ ਵਿੱਚ ਜਾ ਰਹੇ ਹਨ। ਏਜੰਸੀ ਦੇ ਨਵੀਨਤਮ ਆਬਾਦੀ ਦੇ ਅੰਕੜਿਆਂ ਨੇ ਬ੍ਰਿਟਿਸ਼ ਕੋਲੰਬੀਆ ਦੀ ਆਬਾਦੀ ਵਿੱਚ ਇੱਕ ਹੋਰ ਵੱਡੀ ਤਿਮਾਹੀ ਇੰਟਰ ਪ੍ਰੋਵਿੰਸ਼ੀਅਲ ਤਬਦੀਲੀ ਨੂੰ ਦਰਸਾਇਆ, ਜਿਸ ਵਿੱਚ ਲਗਭਗ 13,000 ਲੋਕ ਜੁਲਾਈ ਤੋਂ ਸਤੰਬਰ ਤੱਕ ਦੂਜੇ ਸੂਬਿਆਂ ਜਾਂ ਪ੍ਰਦੇਸ਼ਾਂ ਵਿੱਚ ਮਾਈਗ੍ਰੇਟ ਕਰ ਗਏ ਹਨ, ਜਿਨ੍ਹਾਂ ਵਿੱਚੋਂ 9,599 ਲੋਕਾਂ ਨੇ ਐਲਬਰਟਾ ਨੂੰ ਆਪਣੇ ਨਵੇਂ ਘਰ ਵਜੋਂ ਚੁਣਿਆ ਹੈ। ਜਦੋਂ ਕਿ ਸਟੈਟਕੈਨ ਨੇ ਇੰਟਰ ਪ੍ਰੋਵਿੰਸ਼ੀਅਲ ਮਾਈਗ੍ਰੇਸ਼ਨ ਦੇ ਕਾਰਨਾਂ ਦੀ ਖੋਜ ਨਹੀਂ ਕੀਤੀ, ਪਰ ਕੁਝ ਮੀਡੀਆ ਚੈਨਲਸ ਵੱਲੋਂ ਮੈਟਰੋ ਵੈਨਕੂਵਰ ਵਿੱਚ ਰਹਿਣ ਦੀ ਉੱਚ ਕੀਮਤ ਨਾਲ ਸੰਘਰਸ਼ ਕਰ ਰਹੇ ਲੋਕਾਂ ਬਾਰੇ ਬਹੁਤ ਸਾਰੀ ਸਟੋਰੀਜ਼ ਸ਼ੇਅਰ ਕੀਤੀਆਂ ਗਈਆਂ ਹਨ। ਵਾਈਲਡ ਰੋਜ਼ ਕੰਟਰੀ ਦੀ ਹਾਲੀਆ ਐਲਬਰਟਾ ਇਜ਼ ਕਾਲਿੰਗ ਮੁਹਿੰਮ ਨਿਸ਼ਚਿਤ ਤੌਰ ਤੇ ਉਸ ਭਾਵਨਾ ਤੇ ਚੱਲ ਰਹੀ ਹੈ ਜਿਸ ਨੇ ਸੂਬੇ ਨੂੰ ਕਿਫਾਇਤੀ, ਦੋਸਤਾਨਾ ਅਤੇ ਮੌਕਿਆਂ ਨਾਲ ਭਰਪੂਰ ਦੱਸਿਆ ਹੈ ਅਤੇ ਐਲਬਰਟਾ ਦੀ ਵੱਧਦੀ ਆਬਾਦੀ ਵਿੱਚ ਇੰਟਰ ਪ੍ਰੋਵਿੰਸ਼ੀਅਲ ਪ੍ਰਵਾਸ ਵੀ ਇੱਕ ਯੋਗਦਾਨ ਪਾਉਂਦਾ ਕਾਰਕ ਹੈ, ਪਰ ਆਮਦ ਦੀ ਇੱਕ ਨਿਰੰਤਰ ਧਾਰਾ ਦੇ ਨਾਲ ਕੈਲਗਰੀ ਦੇ ਨਵੇਂ ਆਏ ਲੋਕਾਂ ਨੂੰ ਸੇਵਾਵਾਂ ਤੱਕ ਪਹੁੰਚ ਲਈ ਇੱਕ ਸਾਂਝੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਟੈਟਿਸਟਿਕਸ ਕੈਨੇਡਾ ਦੇ ਅੰਕੜੇ ਬ੍ਰਿਟਿਸ਼ ਕੋਲੰਬੀਆ ਲਈ 15 ਸਿੱਧੇ ਮਹੀਨਿਆਂ ਦੇ ਇੰਟਰ ਪ੍ਰੋਵਿੰਸ਼ੀਅਲ ਮਾਈਗ੍ਰੇਸ਼ਨ ਨੁਕਸਾਨਾਂ ਨੂੰ ਦਰਸਾਉਂਦੇ ਹਨ। 2022 ਦੀ Q3 ਤੋਂ 2023 ਦੇ Q3 ਤੱਕ ਐਲਬਰਟਾ ਹੁਣ ਤੱਕ ਲੋਕਾਂ ਦੀ ਸਭ ਤੋਂ ਪ੍ਰਸਿੱਧ ਮੰਜ਼ਿਲ ਰਿਹਾ ਹੈ।
ਹਾਲਾਂਕਿ ਇਸ ਸਭ ਦੇ ਵਿਚਾਲੇ ਅਜੇ ਵੀ ਬ੍ਰਿਟਿਸ਼ ਕੋਲੰਬੀਆ ਦੀ ਟੋਟਲ ਆਬਾਦੀ ਲਗਾਤਾਰ ਵੱਧ ਰਹੀ ਹੈ, ਜਿਸ ਵਿੱਚ ਸਾਲ ਦੇ ਪਹਿਲੇ 9 ਮਹੀਨਿਆਂ ਦੌਰਾਨ 1.1% ਵੱਧ ਇੰਟਰਨੈਸ਼ਨਲ ਇਮੀਗ੍ਰੇਸ਼ਨ ਸਭ ਤੋਂ ਵੱਡਾ ਯੋਗਦਾਨ ਪਾਉਣ ਵਾਲਾ ਕਾਰਕ ਰਿਹਾ ਹੈ। ਸਟੈਟਕੈਨ ਨੇ ਅੰਦਾਜ਼ਾ ਲਗਾਇਆ ਕਿ ਪਿਛਲੀ ਤਿਮਾਹੀ ਵਿੱਚ 13,000 ਤੋਂ ਵੱਧ ਪ੍ਰਵਾਸੀ ਦੂਜੇ ਦੇਸ਼ਾਂ ਤੋਂ ਸੂਬੇ ਵਿੱਚ ਪ੍ਰਵਾਸ ਕਰ ਗਏ ਹਨ। ਅੱਜ ਦੀ ਇਸ ਰਿਪੋਰਟ ਦੇ ਵਿੱਚ ਇੰਨਾ ਹੀ। ਮੁੜ ਤੋਂ ਹਾਜ਼ਰ ਹੋਵਾਂਗੇ ਨਵੀਂ ਰਿਪੋਰਟ ਦੇ ਨਾਲ। ਤੁਸੀਂ ਵੇਖਦੇ ਰਹੋ BTV, ਬੀ ਪੋਜ਼ਿਟਿਵ, ਬੀ ਯੋਰਸੈਲਫ।